Subscribe to our YouTube channel. Press the bell icon to get the latest updates. ਪ੍ਰੈਸ ਦੇ ਸੱਜਣੋਂ ਸਾਰਿਆਂ ਨੂੰ ਪਿਆਰ ਨਾਲ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲ ਸਾਚੇ ਦਰਬਾਰ ਕੀ ਜੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਕਿ ਸਿੱਧੂ ਸਾਹਿਬ ਦਾ ਪੰਜਾਬ ਦਾ ਮਾਡਲ ਜਿਹੜਾ ਪੇਸ਼ ਕਰਨਾ ਚਾਹੁੰਦਾ ਪੰਜਾਬ ਨੂੰ ਮਾਡਲ 18 ਸਾਲ इस इलाके ने उन्होंने MP भी बनाया, उन्होंने घरवाली नूं चीफ पार्लीमेंटरी सैकटरी बनाया और फिर वो वजीर रहे और उन्होंने हल्का। और जिवें मनवास साहब ने गल कही कि वेखो तीन इत्थे एडे इंपॉर्टेंट इकानमी नूं बूस्ट करने वाले अर्थ व्यवस्था नूं उत्ते चुकन वाले करोड़ा अरबा रुपये का टैक्स वसूली सरकार वल्ले मंडी तो फोकल पॉइंट तो न्यू फोकल पॉइंट तो कर दिया। सालाना हजारा लखा लोकां नूं रोजगार सीधे सीधे तौर पे चाहे लेबर होगी, चाहे ट्रांसपोर्टर हो गया, चाहे ड्राइवर हो गया, चाहे कंडक्टर हो गया, चाहे साडे पल्लेदार भाईचारे वाले हो गए, और सीधे सीधे तौर पे बड़ी वड्डी गिनती च दुनिया आर्थिक पक्षों इन्हां तिन्नां चीज़ां ते निर्भर है। किसान भाईचारा, साडे आड़तीआ वीर, मैं किहदा नाम लवां, हजारां करोड़ां दा कारोबार इन्हां तिन्नां थावां तो हुंदा। मगर अफसोस नाल कहना पैंदा सिद्धू साहब पंजाब दा मॉडल तां तुसीं पेश करना चाहुंदे सी, 18 सालां च अंम੍ਰਿਤਸਰ पूर्वी दा तां मॉडल पेश होया नहीं तुहाडे तो। इत्थे तां किसे ने तुहाडी बांह नहीं पड़ी सी। ਅੰਮ੍ਰਿਤਸਰ ਈਸਟ ਦੀ ਚ ਤੁਸੀਂ ਚੰਮਦੀਆਂ ਚਲਾਉਂਦੇ ਰਹੇ ਹੋ। ਤੁਹਾਡੇ ਸਾਰਾ ਕੁਝ ਸਰਕਾਰ ਦੀ ਤਾਕਤ ਤੁਹਾਡੇ ਕੋਲ ਸੀ। ਇੱਥੇ ਤੁਹਾਨੂੰ ਕਿਸੇ ਨੇ ਕੰਮ ਕਰਨ ਤੋਂ ਨਹੀਂ ਰੋਕਿਆ, ਮਗਰ ਤੁਹਾਡੀ ਨੀਅਤ ਨਹੀਂ ਚੰਗੀ ਸੀ। ਮੈਨੂੰ ਤਾਂ ਇਹ ਜਾਪਦਾ ਸੀ ਜਹਾਜ਼ਗੜ੍ਹ ਗਏ ਇੱਕ ਦਿਨ, ਜਿਹਨੂੰ ਟਰਾਂਸਪੋਰਟ ਨਗਰ ਕਹਿੰਦੇ ਆ, ਉਹ ਦਿਨ 2-3 ਦਿਨ ਪਹਿਲਾਂ ਹੀ ਮੀਂਹ ਪਿਆ ਸੀ ਜਾਂ ਉਸ ਦਿਨ ਪਿਆ ਸੀ ਤੇ ਕਹਿੰਦੇ ਜੀ ਜਹਾਜ਼ਗੜ੍ਹ ਹੁੰਦਾ ਸੀ। ਤੇ ਮੈਨੂੰ ਹੋ ਗਿਆ ਪਤਾ ਨਹੀਂ ਹੁਣ ਸ਼ਾਇਦ ਤਬਦੀਲ ਹੋ ਗਿਆ। ਮੈਂ ਹੀ ਕਿਹਾ ਸੀ ਭਾਜੀ ਹੋਇਆ ਬੰਦਾ ਡਾ ਕੇ ਜਾ ਕੇ ਬੰਦਾ ਅੱਛਾ ਤੇ ਬੈਠਿਆ ਸਾਡਾ ਵੀਰ ਪ੍ਰਿੰਸ ਕਹਿੰਦਾ ਜੀ ਇਹ ਜਹਾਜ਼ਗੜ੍ਹ ਹੁੰਦਾ ਸੀ, ਉਹਨੂੰ ਸਮੁੰਦਰੀ ਜਹਾਜ਼ਗੜ੍ਹ। ਇੱਥੇ ਲਹਿਰਾਂ ਬਹਿਰਾਂ ਗਿਣਨ ਵਾਸਤੇ ਅਸੀਂ ਬੈਠੇ ਆ ਤੇ ਲਹਿਰਾਂ ਗਿਣ ਦੱਸੀ ਜਾਂਦੇ ਆ ਔਰ ਇੱਥੇ ਕੰਮ ਕੋਈ ਨਹੀਂ ਰਹਿ ਗਿਆ। ਮੈਨੂੰ ਤਾਂ ਸੀਗਾ ਇੱਕੋ ਸਮੁੰਦਰ ਦੀ ਮਾਰ ਪੈਂਦੀ ਹੈ ਸਲਕੇ ਨੂੰ, ਮਗਰ ਅੱਜ ਜਦ ਇੱਥੇ ਆਏ ਆ ਤੁਹਾਡਾ ਵੀ ਬੱਲਾ ਮੰਡੀ ਨਹੀਂ, ਬਾਹਰ ਵੱਡਾ ਲਿਖਾ ਦਿਓ ਸਮੁੰਦਰੀ ਬੱਲਾ ਮੰਡੀ। ਭਾਵੇਂ ਆਉਣ ਵਾਲੇ ਸਮੇਂ 'ਚ ਗੁੱਸਾ ਨਾ ਕਰ ਦਿਓ, ਜੋ ਹਾਲਾਤ ਬਣੇ ਆ। ਭਾਈ ਸਾਹਿਬ ਨੇ ਬੜੀ ਵਧੀਆ ਗੱਲ ਕਹੀ, ਕਹਿੰਦੇ ਜੀ ਜਾਨਵਰ ਵੀ ਇੱਥੋਂ ਵਧੀਆ ਹਾਲਾਤਾਂ 'ਚ ਰਹਿੰਦੇ। मतलब इत्थे हालात इन्ने वगड़ गए कि जानवरां नूं भी इत्थे रहण ते मुश्किल हो रही है। बीमारी दा वड्डा केंद्र बनता जा रहा। और मैं समझदा सिद्धू साहब इहनूं बंद करके क्यों ना इत्थे चिड़िया घर ही खोल दिओ फिर, क्योंकि हालात तां हो जे बन गए आ। मैनूं लगदा जिहड़ा तुसीं गुस्सा ना कर दिओ मंडी वालिओ, ਇਹ ਜਿਹੜੇ ਛੋਟੇ ਸਮੁੰਦਰ ਸਿੱਧੂ ਸਾਹਿਬ ਤਿਆਰ ਕਰ ਰਿਹਾ, ਕੋਈ ਪਤਾ ਨਹੀਂ ਫਿਸ਼ ਫਾਰਮ ਖੋਲਣ ਦਾ ਜੀ ਹੋਵੇ, ਡੱਡੂ ਫਾਰਮ ਖੋਲਣ ਦਾ ਜੀ ਹੋਵੇ, ਇੱਥੋਂ ਐਕਸਪੋਰਟ ਸਿੱਧੇ ਹੀ ਮੇਰਾ ਯਾਰ ਇਮਰਾਨ ਖਾਨ ਨੂੰ ਕਰਨੀ ਹੋਵੇ। ਕੀ ਪਤਾ ਅੰਮ੍ਰਿਤਸਰੀ ਫਿਸ਼ ਮਸ਼ਹੂਰ ਬੜੀ ਹੈ। ਜਨਰਲ ਬਾਜਵਾ ਫੋਨ ਕਰ ਦਿੰਦਾ ਹੋਣਾ, ਉਹਨੇ ਕਹਿਣਾ ਮੈਂ ਆਪਦੇ ਵੱਲੇ ਮੰਡੀ ਦੀ ਛੱਪੜ ਚੋਂ ਤੈਨੂੰ ਫਿਸ਼ ਪੇਸ਼ ਕਰੂ। ਉਹਦਾ ਭਾਈ ਕੋਈ ਪਤਾ ਨਹੀਂ ਉਹਨੇ ਕੀ ਕਰਨਾ ਕੀ ਨਹੀਂ ਕਰਨਾ। ਚਲੋ
ਉਹਨੂੰ ਉਹਦੀ ਸੋਚ ਮੁਬਾਰਕ, ਉਹਨੂੰ ਉਹਦੀ ਜੋ ਉਹਦੀ ਕਾਰਵਾਈ ਹੈ ਮੁਬਾਰਕ, ਉਹਦੀ ਸ਼ਬਦਾਵਲੀ ਮੁਬਾਰਕ। ਮਗਰ ਮੇਰੀ ਬੇਨਤੀ ਹੈ ਸਿੱਧੂ ਸਾਹਿਬ, ਹੁਣ ਮਾੜਾ ਜਾਣਾ ਆ ਬ੍ਰੇਕ ਡਾਂਸ ਛੱਡੋ। ਉਹ ਫਿਲਮ ਵੇਖੀ ਨਾ ਡਿਸਕੋ ਡਾਂਸਰ, ਮੈਂ ਵੇਖਿਆ ਜਦੋਂ ਸਟੇਜ ਤੇ ਚੜ ਜਾਂਦਾ ਬਾਵਾ ਇਤਰਾ ਇਤਰਾ ਮਾਰਦਾ ਜਿਵੇਂ ਮਿੱਥਣ ਚੱਕਰਵਰਤੀ ਨੂੰ ਫੇਲ ਕਰਨ ਨੂੰ ਫਿਰਦਾ। ਜਦੋਂ ਇਹ ਬੋਲਣ ਡਿਆ ਹੁੰਦਾ ਮੈਨੂੰ ਤਾਂ ਜੀ ਕਰਦਾ ਉਹ ਗੀਤ ਗਾਉਣ ਨੂੰ ਆਇਆ ਮੈਂ ਡਿਸਕੋ ਡਾਂਸਰ, ਨੱਚਦਾ ਹੀ ਫਿਰਦਾ। ਭਰਾਵਾ ਲੋਕਾਂ ਨੇ ਤੇਰਾ ਠੋਕੋ ਤਾਲੀ ਵੀ ਵੇਖ ਲਈ, ਨੱਚਣਾ ਵੀ ਵੇਖ ਲਿਆ, ਕੰਮ ਕਦੋਂ ਹੋਣਾ, ਕਦੋਂ ਕੰਮ ਕਰਕੇ ਵਿਖਾਉਣਾ। ਔਰ ਵੇਖੋ ਕਮਾਲ ਦੀ ਗੱਲ ਹੈ, ਸਾਡੇ ਫੋਨ ਤਾਂ ਲੋਕਾਂ ਨੂੰ ਨਾ ਜਿੱਦਣ ਪਹਿਲੇ ਦਿਨ ਲੋਕਾਂ ਦੀ ਸੇਵਾ 'ਚ ਹਾਜ਼ਰ ਹੋਏ ਸਾਂ ਉਦਣ ਦੀ ਦਿੱਤੇ ਆ। ਇਹ ਹੁਣ ਇਸ਼ਤਿਹਾਰ ਦੇ ਰਿਹਾ ਕਿ ਮੈਂ ਫੋਨ ਲੈ ਲਿਆ। ਮਾਮਾ ਹੀਰ ਦਿਆ 18 ਸਾਲ ਕੀ ਹੋਇਆ ਸੀ, ਕਹਿੰਦਾ ਫੋਨ ਲੈ ਲਿਆ, ਨੰਬਰ ਲਿਖ ਲਓ ਭਾਈ, ਨੰਬਰ 20 ਤਰੀਕ ਤੋਂ ਬਾਅਦ ਫੇਰ ਨਹੀਂ ਖੜਕਣਾ। ਔਰ ਐਤਕੀ ਲੋਕ ਤੇਰਾ ਨੰਬਰ ਹੀ ਨਹੀਂ ਲੈ ਕੇ ਰਾਜੀ, ਤੇਰਾ ਤਾਂ ਨੰਬਰ ਬਦਲ ਕੇ ਰਾਜੀ ਹੈ, ਨੰਬਰ ਨੂੰ ਤੋੜ ਕੇ ਰਾਜੀ ਹੈ। ਜਿਸ ਨੰਬਰ ਨੇ ਇਸ ਹਲਕੇ ਦੇ ਕੀ ਹਾਲਾਤ ਬਣਾਤੇ, ਮੈਂ ਹੁਣ ਲੰਬਾ ਨਹੀਂ ਜਾਂਦਾ। ਮੈਂ ਤੁਸੀਂ ਐਂ ਕਰਿਓ, ਇਹ ਹੈਗੀ 102 ਕਿੱਲੇ 'ਚ ਮੰਡੀ, ਹਿਮਾਚਲ, ਜੰਮੂ ਕਸ਼ਮੀਰ, ਜਦੋਂ ਟ੍ਰੇਡ ਚੱਲਦਾ ਪਾਕਿਸਤਾਨ ਨਾਲ, ਉਹ ਰਾਜਸਥਾਨ, ਇਹ ਮੰਡੀ 'ਚ ਹਰਿਆਣਾ ਦਿੱਲੀ ਤਾਂ ਜਾਂਦਾ ਹੀ ਹੈ ਨਾ ਜੀ, ਮੈਂ ਮੇਰਾ ਕਹਿਣ ਦਾ ਆਲੇ ਦੁਆਲੇ। ਫਿਰ ਇੱਥੋਂ ਸਾਰਾ ਮਾਲ ਸਪਲਾਈ ਹੁੰਦਾ ਆਲ ਇੰਡੀਆ, ਉਸ ਮੰਡੀ ਦੇ ਜਿੱਥੋਂ ਕਰੋੜਾਂ ਰੁਪਏ ਦੀ ਕਮਾਈ ਮਹੀਨੇ 'ਚ ਸਾਲ 'ਚ ਘੱਟੋ ਘੱਟ ਮਾੜਾ ਸੀਜ਼ਨ 500 ਕਰੋੜ ਦਾ ਕਾਰੋਬਾਰ, ਤੇ ਜੇ ਸੀਜ਼ਨ ਵਧੀਆ ਲੱਗ ਜੇ 1000 ਤੋਂ ਵੀ ਵੱਧ ਕਰੋੜ ਦਾ ਕਾਰੋਬਾਰ ਕਰਨ ਵਾਲੀ ਬੱਲੇ ਮੰਡੀ। ਕਈ 100 ਕਰੋੜ ਤੁਹਾਡੇ ਤੋਂ ਟੈਕਸ ਦੀ ਵਸੂਲੀ, ਤੇ ਕੀ ਇਹ ਹਾਲਾਤ ਚਾਹੀਦੇ। ਸਾਧ ਸੰਗਤ ਜੀ, ਮੇਰੇ ਕੋਲ ਜਿਹੜਾ ਇਹ ਮੰਗ ਪੱਤਰ ਦਿੱਤਾ ਨਾ, ਸਾਡੀ ਮਜੀਠੇ ਦੀ ਮੰਡੀ 4 ਕਿੱਲਿਆਂ 'ਚ ਤੁਹਾਡੇ ਤੋਂ ਬਿਹਤਰ ਐਕਚੁਅਲੀ ਮੈਂ ਆਇਆ। ਔਰ ਇਹਦੇ 'ਚ ਕੋਈ ਲੰਮੀ ਚੌੜੀ ਗੱਲ ਨਹੀਂ ਕੀਤੀ, ਸੜਕ ਬਣਾ ਦਿਓ, ਫੜ ਬਣਾ ਦਿਓ, ਆ ਸ਼ੈੱਡ ਵੱਡੇ ਕਰ ਦਿਓ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਦਿਓ, ਲਾਈਟਾਂ ਦਾ ਪ੍ਰਬੰਧ ਕਰ ਦਿਓ, ਲੇਬਰ ਵਾਸਤੇ ਬੈਠਣ ਦਾ ਸੌਣ ਦਾ ਟਿਕਾਣਾ ਕਰ ਦਿਓ, ਡਰਾਈਵਰਾਂ ਵਾਸਤੇ ਕੋਈ ਟਿਕਾਣਾ ਕਰ ਦਿਓ। ਬੜਾ ਸਧਾਰਨ ਦੀਆਂ ਗੱਲਾਂ, ਬਾਉਂਡਰੀ ਵਾਲ ਬਣਾ ਦਿਓ, ਕੋਈ ਲੰਮਾ ਚੌੜਾ ਇਹਦੇ 'ਚ ਕੰਮ ਨਹੀਂ। ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ, ਤੁਸੀਂ ਮੌਕਾ ਦਿਓ, ਪਹਿਰਾ ਲਾਓ। ਇਹ ਲੜਾਈ ਕੱਲੀ ਇਹ ਨਹੀਂ ਕਿ ਇੱਥੋਂ ਦੀ ਹੈ। ਜੇ ਪਿਛਲੇ 10 ਸਾਲ ਜਦ ਆਪਣੀ ਸਰਕਾਰ ਚੱਲੀ ਹੈ, ਸੜਕਾਂ ਦਾ, ਸੀਵਰੇਜ ਦਾ, ਉਸ ਵੇਲੇ ਦਾ ਪ੍ਰਬੰਧ ਤੇ ਅੱਜ ਦਾ ਪ੍ਰਬੰਧ ਵੇਖ ਲਓ। ਵਿਰਾਸਤੀ ਮਾਰਗ, ਦੁਰਗਿਆਣਾ ਮੰਦਿਰ, ਰਾਮ ਤੀਰਥ, ਵਾਰ ਮੈਮੋਰੀਅਲ, ਇਹ ਬਾਈਪਾਸ ਸੜਕਾਂ ਜਿੰਨੀਆਂ ਵੀ ਨੇ ਤੁਹਾਡੇ ਸਾਹਮਣੇ ਮੂੰਹ ਬੋਰਡ ਦੀ ਤਸਵੀਰ ਹੈ। ਗੁਰੂ ਕਿਰਪਾ ਕਰਨ, ਜੇ ਹੁਣ ਤਾਂ ਮੈਂ ਤੁਹਾਡੇ ਉਸ ਵੇਲੇ ਮੈਂ ਮੰਡੀ 'ਚ ਕੰਮ ਕਰਾਏ ਸੀ, ਕਿਉਂਕਿ ਮੇਰੇ ਹਲਕੇ 'ਚ ਜਿੰਨੀ ਸਬਜ਼ੀ ਉੱਥੇ ਗਰੋਅਰ ਨੇ ਉਹ ਸਾਰੇ ਤੁਹਾਡੇ ਸਪਲਾਇਰ ਨੇ। ਔਰ ਇੱਕ ਕੰਬੋ ਭਾਈਚਾਰੇ ਦੇ ਸੱਜਣਾ ਦਾ ਬੜਾ ਸਾਡੇ ਭਰਾਵਾਂ ਨਾਲ ਪਿਆਰ ਹੈ। ਉਦੋਂ ਤਾਂ ਭਾਈਵਾਲੀ ਨਾਲ, ਜਿਹੜੀ ਬੀਬੀ ਸਿੱਧੂ ਕਹਿੰਦੀ ਸੀ ਮੇਰਾ ਛੋਟਾ ਵੀਰ, ਛੋਟੇ ਵੀਰ ਨੇ ਵੱਡੀ ਭੈਣ ਵਾਸਤੇ ਤੇ ਆਪਦੇ ਭਰਾਵਾਂ ਵਾਸਤੇ ਕੰਮ ਕਰਦਾ। ਹੁਣ ਤਾਂ ਜੇ ਜ਼ਿੰਮੇਵਾਰੀ ਦਿਓਗੇ ਤੁਹਾਨੂੰ ਕੰਮ ਕਰਕੇ ਵਿਖਾਊਂਗਾ, ਨਜ਼ਾਰਾ ਬਦਲ ਕੇ ਵਿਖਾਊਂਗਾ ਤੁਹਾਨੂੰ। ਤੁਹਾਡੇ ਸਾਹਮਣੇ ਆ, ਤੁਹਾਨੂੰ ਕੀ ਐਵੇਂ ਲੰਮੀ ਚੌੜੀ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ। ਜਾ ਕੇ ਮਜੀਠਾ ਵੇਖ ਲਓ,
ਤੁਹਾਨੂੰ ਉੱਥੋਂ ਸਮਝ ਆ ਜੂਗੀ ਮਜੀਠਾ 2007 ਤੋਂ ਪਹਿਲਾਂ ਕੀ ਸੀ ਤੇ 7 ਤੋਂ ਬਾਅਦ ਕੀ ਹੋ ਗਿਆ। ਇਸ ਲਈ ਭਰਾਵੋ ਕੰਮ ਬੋਲਦਾ, ਮੂੰਹ ਬੋਲ ਦੀ ਤਸਵੀਰ ਹੈ ਵੇਖਣ ਨੂੰ। ਔਰ ਇਹ ਵਿਸ਼ਵਾਸ ਦਿਵਾਉਂਦਾ ਹੋਇਆ ਕਿ ਅੱਜ ਤੁਸੀਂ ਬੜੀ ਕਿਰਪਾ ਕੀਤੀ ਹੈ, ਸਾਰਾ ਕੁਝ ਮੈਨੂੰ ਵਿਖਾਇਆ ਵੀ ਹੈ। ਔਰ ਜਿੱਥੇ ਤੱਕ ਡੰਪ ਦੀ ਗੱਲ ਹੈ, ਮੈਂ ਭੈਣ ਜੀ ਨੂੰ ਵੀ ਹੁਣ ਫੇਰ ਬੇਨਤੀ ਕਰੂੰਗਾ, ਮੈਂਬਰ ਪਾਰਲੀਮੈਂਟ ਨੇ, ਚਲੋ ਸਿੱਧੂ ਸਾਹਿਬ ਤਾਂ ਭਾਵੇਂ ਰਹੇ ਇੰਨੇ ਸਾਲ MP, ਮਗਰ ਸਿੱਧੂ ਸਾਹਿਬ ਦੀ ਹਾਜ਼ਰੀ ਕਦੇ MP ਵੇਲੇ ਪੁੱਛੀ ਕੀ ਆ। ਉਹ ਮੈਨੂੰ ਇੱਕ ਉਹਨਾਂ ਦਾ ਸੱਜਣ ਮਿਲਿਆ, ਜਦੋਂ ਹੁਣ 9 ਚੋਂ 14 ਤੱਕ MP ਰਿਹਾ, 20% ਹਾਜ਼ਰੀ, 80% ਗੈਰ ਹਾਜ਼ਰੀ। ਜਿਸ ਬੰਦੇ ਨੇ ਹਾਜ਼ਰ ਹੀ ਨਹੀਂ ਰਹਿਣਾ ਤੇ ਉਹਨੇ ਤੁਹਾਡੇ ਮਸਲੇ ਕਿੱਥੋਂ ਹੱਲ ਕਰਨੇ। ਔਰ ਇੱਥੇ ਆਏ ਉਦੋਂ ਹੀ ਆਏ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ, ਸਟੇਜ ਤੇ ਚੜੇ, ਆਪ ਦੀ ਫੋਟੋ ਲਵਾਈ, ਆਪ ਦਾ ਡਰਾਮਾ ਕੀਤਾ ਤੇ ਘਰ ਨੂੰ ਚਲੇ ਗਏ। ਭਾਈ ਸਰਕਾਰ ਤਾਂ ਤੇਰੀ ਸੀ, ਵਜ਼ੀਰ ਤੂੰ ਸੀ, ਪ੍ਰਧਾਨ ਪਾਰਟੀ ਦਾ ਤੂੰ ਹੈ, ਮਗਰ ਇੱਕ ਗੱਲ ਦੀ ਤੁਹਾਨੂੰ ਵਧਾਈ ਦਿੰਦਾ, ਹਾਲਾਤ ਇਹ ਜੇ ਬਣਾਤੇ। ਸਿੱਧੂ ਜਿਹੜਾ ਸਾਰੇ ਦੇਸ਼ 'ਚ ਪ੍ਰਚਾਰ ਕਰਦਾ ਸੀ, ਹੁਣ ਗਲੀ ਵਾਰ ਛੱਡਿਆ ਵੇਰਕੇ ਵਾਲਿਆਂ ਨੂੰ, ਪੂਰਬੀ ਵਾਲਿਆਂ ਨੂੰ। ਬੋਲੇ ਸੋਨਿਆ ਤੇ ਜਿਨ੍ਹਾਂ ਲਈ ਪ੍ਰਚਾਰ ਕਰਨ ਜਾਂਦਾ ਸੀ, ਬਿੱਟੂ ਵਰਗਿਆਂ ਨੂੰ MP ਬਣਾਉਣ, ਇਹਨੂੰ MLA ਬਣਾਉਣ ਆ ਰਹੇ ਆ। ਉਹ ਮਗਰ ਖਲੋਤਾ ਦਾ ਘੁੱਗੂ ਵਾਂਗੂ, ਤੇ ਉਹ ਦੱਸ ਰਹੇ ਹੁੰਦੇ ਕਿ ਭਾਈ ਇਹਨੂੰ ਵੀ ਵੋਟ ਪਾ ਦਿਓ। ਬਿੱਟੂ ਜੀ ਤੁਸੀਂ ਆਏ, ਜੀ ਆਇਆਂ ਨੂੰ। ਰਵਨੀਤ ਬਿੱਟੂ ਆਇਆ ਸੀ ਨਾ, ਇੱਥੇ ਆ, ਉਹਨੂੰ ਰਵਨੀਤ ਬਿੱਟੂ ਨੂੰ ਕਹੋ ਜਿਹੜੇ ਪਹਿਲੇ ਬਿਆਨ ਸੀ ਭਾਊ ਇਹਦੇ ਬਾਰੇ ਉਹ ਵੀ ਤਾਂ ਯਾਦ ਕਰਾ ਦੇ। ਸਿੱਧੂ ਦੀ ਸਭ ਤੋਂ ਵੱਧ ਸੇਵਾ ਕਿ ਇਹ ਤੋਂ ਵਿਖਾ ਦਿਆ ਕਰੋ ਨਾ ਤੁਸੀਂ, ਪੁਰਾਣਾ ਮਟੀਰੀਅਲ ਵੀ ਵਿਖਾਇਆ ਕਰੋ ਨਵੇਂ ਨਾਲ। ਇੱਕ ਪਾਸੇ ਨਵਾਂ ਭਾਸ਼ਣ, ਇੱਕ ਪਾਸੇ ਪੁਰਾਣਾ ਭਾਸ਼ਣ। ਤੇ ਬਿੱਟੂ ਜੀ ਨੂੰ ਪੁੱਛ ਲਿਆ ਕਰਿਓ ਕਿ ਪਿਛਲੇ ਸਾਲ ਵਾਲੀ ਗੱਲ ਸੱਚੀ ਹੈ ਕਿ ਇਸ ਸਾਲ ਵਾਲੀ ਗੱਲ ਸੱਚੀ ਹੈ। ਇਸ ਲਈ ਇਹ ਤਾਂ ਐਵੇਂ ਉਹਨੂੰ ਇੱਥੇ ਮੂਰਖ ਬਣਾਉਣ ਨੂੰ ਫਿਰਦੇ ਲੋਕਾਂ ਨੂੰ। ਲੋਕ ਬੜੇ ਸਿਆਣੇ ਆ। ਔਰ ਮੈਂ ਵਿਸ਼ਵਾਸ ਦਿਵਾਉਣਾ, ਡਿਵੈਲਪਮੈਂਟ, ਰਾਸ਼ਨ ਦੇ ਕਾਰਡ ਜਿਨ੍ਹਾਂ ਦੇ ਕੱਟੇ ਗਏ ਆ, ਬਿਜਲੀ ਦੇ ਬਿੱਲ, ਇਹ ਸਾਰੇ ਪੈਨਸ਼ਨਾਂ, ਸੁੱਖ ਸਹੂਲਤਾਂ, ਡਿਵੈਲਪਮੈਂਟ, ਇਹ ਵੱਲ ਕਰਕੇ ਵਿਖਾਵਾਂਗੇ ਤੁਹਾਨੂੰ। ਆਪ ਦੇ ਹਲਕੇ ਤੇ ਮਾਣ ਹੋਊਗਾ ਕਿ ਇਸ ਹਲਕੇ 'ਚ ਕੰਮ ਹੋਇਆ, ਮੰਡੀ 'ਚ ਕੰਮ ਹੋਇਆ, ਫੋਕਲ ਪੁਆਇੰਟਾਂ ਤੇ ਕੰਮ ਹੋਇਆ। ਜਿੰਦਾਬਾਦ। ਇਹ ਸਾਡੇ MC ਸਾਹਿਬਾਨ ਜਿੰਦਾਬਾਦ, ਇਹਨਾਂ ਨੇ ਵੀ ਬੜੀ ਮਿਹਰਬਾਨੀ ਕੀਤੀ। ਔਰ ਸਿੱਧੂ ਸਾਹਿਬ ਦੀ ਬਕਲਾਹਟ ਵੇਖੋ ਯਾਰ, ਕਿਸੇ ਨੂੰ ਤਾਂ ਬਖਸ਼ ਦੇ। ਕੱਲ ਬ੍ਰਾਹਮਣ ਸਮਾਜ ਬਾਰੇ ਮਾੜੀ ਸ਼ਬਦਾਵਲੀ, ਭਾਈ ਜਦ ਤੈਨੂੰ ਵੋਟਾਂ ਪਾਉਂਦੇ ਸੀ ਉਦੋਂ ਚੰਗੇ ਆ, ਹੁਣ ਉਹ ਮਾੜੇ ਹੋ ਗਏ। ਔਰ ਉਸ ਮੂਦਲ ਦੀ ਸਮੁੱਚੀ ਪੰਚਾਇਤ ਚੁਣਦਾ ਕੌਣ ਹੈ? ਲੋਕ। ਕੱਲਾ ਪੰਚਾਇਤ ਦਾ ਅਪਮਾਨ ਨਹੀਂ, ਲੋਕਾਂ ਦਾ ਅਪਮਾਨ ਕਰ ਰਹੇ ਆ। ਔਰ ਇੱਕ ਸਾਡੀ ਭੈਣ ਹੈ ਉੱਥੋਂ ਸਰਪੰਚਣੀ, ਸਾਡੀ ਧੀ ਭੈਣ, ਉਸ ਪੰਚਾਇਤ ਬਾਰੇ ਮਾੜੇ ਸ਼ਬਦ ਵਰਤਨੇ। ਸਿੱਧੂ ਸਾਹਿਬ ਕੱਲ ਤੁਹਾਡੇ ਮੂੰਹੋਂ ਨਾ ਤੁਹਾਡੀ ਬਕਲਾਹਟ, ਤੁਹਾਡੀ ਟੈਨਸ਼ਨ ਚਿਹਰੇ 'ਚ ਝਲਕਦੀ ਸੀ। ਕਹਿੰਦਾ ਮੈਂ ਅਰਦਾਸ ਕਰ ਕਿ ਮੈਂ ਬਣ ਨਾ ਜਾਵਾਂ। ਉਹ ਕੱਲਾ ਹੀ ਨਹੀਂ ਅਰਦਾਸ ਕਰਦਾ, ਸਾਰੀ ਦੁਨੀਆ ਹੀ ਅਰਦਾਸ ਕਰਦੀ ਕਿ ਤੇਰੇ ਵਰਗਾ ਘਰ ਹੀ ਨਾ ਬਣੇ। ਤੂੰ ਇੱਕ ਦੀ ਗੱਲ ਕਰਦਾ, ਤੇਰੇ ਆਪ ਦੇ ਵੀ ਕਰਦੇ ਆ ਕਿ ਏਡਾ ਘਮੰਡੀ ਬੰਦਾ, ਨਫ਼ਰਤ ਵਾਲਾ, ਉਹ ਬਣਨਾ ਨਹੀਂ ਚਾਹੀਦਾ। ਮਗਰ ਮੈਂ ਇੱਕ ਵਿਸ਼ਵਾਸ ਦਿਵਾਉਣਾ, ਭਾਈ ਕੱਲ ਭਾਸ਼ਣ ਕੀ ਦਿੰਦਾ ਸੀ ਕਿ ਸਰਪੰਚ ਨੂੰ ਜਲੇਬੀ ਵਾਂਗੂ ਇਕੱਠਾ ਕਰ ਦੂੰ। ਹੋਰ ਕੀ ਕਹਿੰਦਾ ਸੀ? ਗਰੋਂਡਾ ਬਣਾ ਦੂੰ। ਭਾਈ ਲੋਕਾਂ ਨੇ ਪਹਿਲਾਂ ਤੈਨੂੰ ਜਲੇਬੀ ਵਾਂਗੂ ਇਕੱਠਾ ਕਰ ਦੇਣਾ, ਤੂੰ ਸਰਪੰਚ ਦੀ ਫਿਕਰ ਹੀ ਛੱਡ। ਔਰ ਮੇਰੇ ਹੁੰਦੇ ਹੋਏ ਇਹ ਧੱਕੇ ਤੇ ਧੋਖੇ ਤੇ ਥ੍ਰੈਟ ਦੀ ਪੋਲਿਟਿਕਸ ਮਜੀਠੀਏ ਦੇ ਹੁੰਦੇ ਨਹੀਂ ਚੱਲਣ ਦਵਾਂਗੇ। ਗੱਲ ਹੋਊ। ਔਰ ਬਕਲਾਹਟ ਵੇਖੋ ਭਾਈ, 10 ਸਾਲ ਹੋ ਗਏ, 10 ਸਾਲ ਹੋ ਗਏ ਤੈਨੂੰ, 18 ਸਾਲ ਹੂੰ, 10 ਸਾਲ ਸਰਕਾਰਾਂ 'ਚ, 10 ਸਾਲ 'ਚ ਤਾਂ ਪੈਸੇ ਦਿੱਤੇ ਨਹੀਂ ਗਏ।
ਤੇ ਥੱਲਿਓ ਉਹਦਾ ਚੇਅਰਮੈਨ ਇੰਪਰੂਵਮੈਂਟ ਟਰਸਟ ਕਹਿੰਦਾ 20 ਤੋਂ ਬਾਅਦ ਕਹਿੰਦਾ ਕਰੋੜ ਦੇ ਦਿਆਂਗੇ। ਪਹਿਲਾਂ ਤੁਹਾਡਾ ਕਿਹਨੇ ਬਾਹ ਫੜੀ ਸੀ? 20 ਤੋਂ ਬਾਅਦ ਤਾਂ ਤੇਰਾ ਚੇਅਰਮੈਨ ਵੀ ਨਹੀਂ ਲੱਭਣਾ। ਇਸ ਲਈ ਭਰਾਵੋ ਤੁਹਾਨੂੰ ਵੀ ਬੇਨਤੀ ਆ, ਤੁਹਾਨੂੰ ਵੀ ਬਹੁਤ ਮਾੜੀ ਸ਼ਬਦ ਵਰਤਦਾ, ਤੁਸੀਂ ਵੀ ਉਹ ਪਾਪ ਨੂੰ ਕਰਕੇ ਜਾਇਆ ਕਰੋ। ਬਾਕੀ ਇਹ ਨਾ ਹੋਵੇ ਹਾਲੇ ਤਾਂ ਮਾੜੇ ਸ਼ਬਦ ਵਰਤਦਾ ਕਿਤੇ ਗੱਲ ਤੁਹਾਡੀ ਪੈ ਜਾਏ। ਤੁਸੀਂ ਸਵਾਲ ਉਹਨੂੰ ਮਿੱਠੇ ਮਿੱਠੇ ਪੁੱਛ ਲਿਆ ਕਰੋ, ਬਾਹਲੇ ਕੋੜੇ ਸਵਾਲ ਨਾ ਕਰੋ। ਉਹਨੂੰ ਟੈਨਸ਼ਨ, ਦਿਮਾਗੀ ਪਰੇਸ਼ਾਨੀ ਹੈ ਕਿ ਲੋਕ ਉਹਨੂੰ ਛੱਡਦੇ ਜਾਂਦੇ, ਲੋਕ ਉਹਨੂੰ ਪੁੱਛਦੇ ਫਿਰਦੇ, ਸਵਾਲ ਕਰਦੇ ਆ। ਇਸ ਲਈ ਤੁਸੀਂ ਐਵੇਂ ਉਹਨੂੰ ਕੁਝ ਹੋ ਗਿਆ ਨਾ, ਇਹ ਤੁਹਾਡੇ ਪੁੱਠੇ ਸਵਾਲਾਂ ਪੁੱਛਣ ਕਰਕੇ ਹੋਣਾ। ਜੇ ਉਹਦੀ ਦਿਮਾਗ ਦੀ ਨਾੜੀ ਪਾੜ ਗਈ ਤੇ ਮੈਂ ਦੱਸ ਦੇਣਾ ਪਰਚਾ ਤੁਹਾਡੇ ਦੇ ਨਾਲ ਹੋ ਜਾਣਾ। ਇਸ ਲਈ ਭਰਾਵੋ ਮਿੱਠੇ ਸਵਾਲ ਪੁੱਛੋ, ਚੰਗੇ ਸਵਾਲ ਪੁੱਛੋ, ਜਿਹਦੇ ਨਾਲ ਉਹਦਾ ਬੀਪੀ ਠੀਕ ਰਵੇ, ਉਹਨਾਂ ਕੀ ਪੁੱਛੋ। ਬਾਕੀ ਲੋਕ ਬੜੇ ਸਿਆਣੇ ਆਪੇ ਫੈਸਲਾ ਕਰ ਦੇਣਗੇ। ਬਹੁਤ ਬਹੁਤ ਧੰਨਵਾਦ। ਔਰ ਮੰਡੀ ਵਾਲੇ ਸਾਰੇ ਸੱਜਣਾਂ ਦਾ, ਸਾਰਿਆਂ ਦਾ ਕੋਟਨ ਕੋਟ ਧੰਨਵਾਦ। ਸਾਹਿਬ ਲਗਾਤਾਰ ਤੁਸੀਂ ਹਲਕੇ ਦੇ ਵਿੱਚ ਵਿਚਰ ਰਹੇ ਹੋ, ਹਲਕੇ ਦੇ ਹਾਲਾਤ ਦੇਖੇ ਜਾ ਰਹੇ ਕਿ ਬੇਸਿਕ ਜ਼ਰੂਰਤਾਂ ਵੀ ਹਲਕੇ 'ਚ ਪੂਰੀਆਂ ਨਹੀਂ ਹੋਈਆਂ, ਲੇਕਿਨ ਕਿਤੇ ਨਾ ਕਿਤੇ ਪੰਜਾਬ ਮਾਡਲ ਨੂੰ ਲੈ ਕੇ ਕੱਲ ਰਵਨੀਤ ਬਿੱਟੂ ਵੀ ਕਹਿੰਦੇ ਕਿ ਚੋਣ ਜਿਹੜਾ ਮੈਨੀਫੈਸਟੋ ਉਸ 'ਚ ਪੰਜਾਬ ਮਾਡਲ ਸਿੱਧੂ ਦਾ ਹੋਊਗਾ, ਉਹਨੂੰ ਪ੍ਰਚਾਰ ਕਰ ਰਹੇ ਇੱਕ ਸੀਐਮ ਦਾ ਵੀ ਨਾਮ ਸੁਣਿਆ ਗਿਆ। ਬਿੱਟੂ ਜੀ ਨੂੰ ਤਾਂ ਰਾਹੁਲ ਗਾਂਧੀ ਨੇ ਇਸ ਲਈ ਭੇਜਿਆ ਇੱਥੇ ਕਿ 90% ਇਹਦਾ ਉੱਲੂ ਤਾਂ ਮੈਂ ਬਣਾਤਾ, ਜਿਹਨੂੰ ਸੀਐਮ ਨਹੀਂ ਬਣਾਇਆ। ਬਿੱਟੂ ਕੋਲ ਇਹ ਜੀ ਕਿਹੜੀ ਤਾਕਤ ਹੈ? ਜਿਹਨੇ ਸੀਐਮ ਬਣਾਉਣਾ ਸੀ ਉਹਨੇ ਤਾਂ ਸੀਐਮ ਨਹੀਂ ਬਣਾਇਆ। ਤੇ ਬਿੱਟੂ ਜੀ ਕੋਲ ਤਾਂ ਆਪਦੇ ਕੋਲ ਕੋਈ ਤਾਕਤ ਨਹੀਂ ਟਿਕਟ ਦਿਵਾਉਣ ਦੀ, ਉਹਨੂੰ ਇਹਨੂੰ ਸੁਪਰ ਸੀਐਮ ਕਿੱਥੋਂ ਬਣਾ ਦੂਗਾ? ਇਸ ਲਈ ਇਹ ਤਾਂ ਕੱਲਾ ਇਹਦਾ ਦਿਲ ਲਵਾਉਣ ਵਾਸਤੇ ਆਏ ਆ। ਨਹੀਂ, ਮੈਂ ਤੇ ਮੇਰੀ ਬੇਨਤੀ ਸੁਣੋ, ਇਹਦਾ ਦਿਲ ਲਵਾਉਣ ਵਾਸਤੇ ਆਏ ਆ ਕਿ ਉਹ ਤੋਂ ਪਹਿਲਾਂ ਹੀ ਨਾ ਕੋਈ ਭੰਬਲ ਪੂਸਾ ਪਾਰਟੀ 'ਚ ਪਾ ਦੇ। ਇਹ ਕੱਲੀ 20 ਤਰੀਕ ਹੀ ਟਪਾਉਂਦੇ ਇਹਦੇ ਨਾਲ। 20 ਤਰੀਕ ਤੋਂ ਬਾਅਦ ਤਾਂ ਇਹਦੇ ਟੱਬਰ ਨੇ ਇਹਨੂੰ ਨਹੀਂ ਪੁੱਛਣਾ। ਤੁਸੀਂ ਰਾਹੁਲ ਗਾਂਧੀ ਤੇ ਬਿੱਟੂ ਤਾਂ ਦੂਰ ਦੀ ਗੱਲ ਹੋ ਗਈ। ਸਰ ਇੱਕ ਰਵਨੀਤ ਬਿੱਟੂ ਲਗਾਤਾਰ ਕਹਿ ਰਹੇ ਨੇ ਕਿ ਬੀਜੇਪੀ ਜਿਹੜੀ ਹੈ ਉਹ ਹਰੀ ਨੂੰ ਇਹ ਵੀ ਐਕਸਪੋਜ਼ ਕਰਨ ਨੂੰ ਕਿਤੇ ਹੈ ਕਿਉਂਕਿ ਹਰੀ ਨੇ ਕੁਝ ਨਹੀਂ ਕੀਤਾ, ਉਹਨੂੰ ਲੈ ਕੇ ਜਿਹੜਾ ਬਾਰ-ਬਾਰ ਬਿਆਨ ਕਰ ਰਹੇ ਤਾਂ ਰਵਨੀਤ ਬਿੱਟੂ ਨੂੰ ਟੌਰਚਰ ਕੀਤਾ ਜਾ ਰਿਹਾ। ਕਹਿੰਦੇ ਬੋਰੀਆਂ 'ਚ ਪਾ ਕੇ ਕੁੱਟਿਆ ਜਾ ਰਿਹਾ ਹੈ ਤੇ ਰਾਤ ਉਹਨੂੰ ਰਜਾਈ ਨਹੀਂ ਦਿੱਤੀ ਜਾ ਰਹੀ, ਜ਼ਮੀਨ ਤੇ ਸੁਲਾਇਆ ਜਾ ਰਿਹਾ ਹੈ। ਕੋਰਟ ਦੇ ਹੁਕਮ ਵੀ ਹੈ ਕਿ ਰਿਮਾਂਡ ਨਹੀਂ ਲੈਣਾ, ਪਰ ਫਿਰ ਵੀ ਰਿਮਾਂਡ ਤੇ ਮੈਨੂੰ ਤਾਂ ਲੱਗਦਾ ਬਿੱਟੂ ਆਪ ਕੁੱਟਣ 'ਚ ਨਾਲ ਸੀ, ਉਹਨੂੰ ਕਿਵੇਂ ਪਤਾ ਰਜਾਈ 'ਚ ਲੈ ਕੇ ਕੁੱਟਿਆ ਕਿ ਬੋਰੀ 'ਚ ਪਾ ਕੇ ਕੁੱਟਿਆ। ਤੇ ਜਦ ਉਹਨੂੰ ਕੁੱਟ ਪੈਂਦੀ ਹੈ ਸਭ ਤੋਂ ਖੁਸ਼ ਤਾਂ ਬਿੱਟੂ ਆਪ ਹੁੰਦਾ, ਕਿਉਂਕਿ ਬਿੱਟੂ ਸਾਹਿਬ ਆਪ ਚਾਹੁੰਦੇ ਕਿ ਮੈਂ ਮੁੱਖ ਮੰਤਰੀ ਚਿਹਰਾ ਬਣਾ। ਇਸ ਲਈ ਦੇਖੋ 10 ਕਰੋੜ ਲੱਭਿਆ ਅੱਜ ਤੱਕ ਕਿਸੇ ਸਾਊਂਡ ਵਾਲੇ ਕੋਲੋਂ? ਦੱਸੋ ਮੈਨੂੰ। ਇੱਥੇ ਸਾਊਂਡ ਵਾਲੇ ਤਾਂ ਵਿਚਾਰੇ ਤਰਸਦੇ ਫਿਰਦੇ ਆਪਦੀ ਦਿਹਾੜੀ ਲਈ, ਤੇ ਕਾਂਗਰਸ ਦਾ ਸਾਊਂਡ ਵਾਲਾ ਵੇਖੋ ਕਿ 10 ਕਰੋੜ ਤੁਸੀਂ ਪਿਛਲੇ ਐਂ ਕਰੋ, ਆਪਦੀ ਅਖਬਾਰ ਛਾਣ ਲਓ ਸਾਰੇ, ਜੇ ਪਿੱਛੇ ਕਿਸੇ ਇੰਡਸਟਰੀਅਲਿਸਟ ਕੋਲੋਂ ਵੀ 10 ਕਰੋੜ ਕੈਸ਼ ਰਿਕਵਰ ਹੋਵੇ ਜਿਹਦੀ ਕਰੋੜਾਂ ਦੀ ਆਮਦਨ ਸਿੱਧੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੈ, ਲੋਕਾਂ ਦੇ, ਪੰਜਾਬ ਦੇ ਲੋਕਾਂ ਦੀ ਲੁੱਟ ਹੈ ਪੈਸੇ ਦੀ, ਜਿਹੜੇ ਗਰੀਬ ਦੇ ਭਲੇ ਲਈ ਖਰਚ ਹੋਣਾ ਸੀ ਉਹ ਮਾਲ ਤਾਂ ਲੁੱਟ ਕੇ ਲੈ ਗਏ ਚੰਨੀ ਹੰਨੀ ਤੇ ਮੰਨੀ। ਹਾਂਜੀ, ਮੈਂ ਕਹਿੰਦਾ ਰਾਹੁਲ ਗਾਂਧੀ ਜੀ ਤੁਹਾਨੂੰ ਨਾ ਮੈਂ ਆਪ ਹੀ ਤੁਹਾਡਾ ਧੰਨਵਾਦ ਵੀ ਕਰੂੰਗਾ ਔਰ ਜੋ ਹੁਕਮ ਕਰੋਗੇ ਉਹ ਕਰੂੰਗਾ। ਜੇ ਇਹ ਜੀ ਗਰੀਬੀ ਚੰਨੀ ਵਾਲੀ ਪੰਜਾਬ 'ਚ ਤੇ ਦੇਸ਼ 'ਚ ਗਰੀਬੀ ਮਾਡਲ ਪੈਦਾ ਹੋ ਜੇ ਕਿ 10 ਕਰੋੜ ਕੈਸ਼ ਲੱਭਣ ਤੋਂ ਬਾਅਦ ਵੀ 200 ਕਰੋੜ ਦੀ ਪ੍ਰਾਪਰਟੀ ਹੋਵੇ, ਤੇ ਦੱਸੋ ਹੋਰ ਲੋਕਾਂ ਨੂੰ ਕੀ ਚਾਹੀਦਾ? ਕੁੱਲੀ ਗੁੱਲੀ ਤੇ ਜੁੱਲੀ ਦਾ ਮੁੱਦਾ ਮੁੱਕ ਜੂ। ਇਹਨੂੰ ਪੁੱਛੋ ਤੇਰੇ ਮਗਰ ਖਲੋਤਾ ਭਾਊ ਤੂੰ ਨਹੀਂ ਚਾਹੁੰਦਾ ਚੰਨੀ ਵਰਗੀ ਗਰੀਬੀ? ਸਾਊਂਡ ਵਾਲਾ ਜੇ ਨਹੀਂ, ਚੰਨੀ ਵਰਗੀ ਗਰੀਬੀ ਚਾਹੁੰਦਾ ਕਿ ਨਹੀਂ? 700 ਰੁਪਏ ਦੀ ਦਿਹਾੜੀ ਹੈ ਆ 600-700 ਰੁਪਏ। ਇਹ ਚੰਨੀ ਪਤਾ ਨਹੀਂ ਕਿਹੜਾ ਸਾਊਂਡ ਲਾਉਂਦਾ। ਹਰ ਮੈਂ ਸਾਊਂਡ ਵਾਲੇ ਨੂੰ ਪੁੱਛਿਆ, ਮੈਂ ਭਾਈ ਤੁਹਾਡੀ ਦਿਹਾੜੀ ਕਿੰਨੀ? ਇਹਨੇ 600-700 ਕਹੇ, ਇੱਕ ਨੇ ਮੈਨੂੰ 500 ਕਿਹਾ, ਇੱਕ ਨੇ ਕੱਲਾ ਕਿਹਾ 1000, ਤੇ ਇੱਕ ਨੇ ਮੈਨੂੰ ਕਿਹਾ ਜੇ ਦਿਨ ਵਧੀਆ ਹੋਵੇ ਤੇ 2000 ਲੱਗ ਜਾਂਦਾ। ਮਤਲਬ ਕਿ ਮਹੀਨੇ ਦਾ ਉਹਨੂੰ 30000 ਜੁੜਦਾ। 30000 ਤੋਂ ਉਹਨੇ ਆਪ ਦਾ ਮਾੜਾ ਮੋਟਾ ਖਰਚਾ ਵੀ ਪੂਰਾ ਕਰਨਾ, 30000 'ਚ ਗੱਡੀ ਦੇ ਤੇਲ ਵੀ ਪਵਾਉਣਾ, 30000 'ਚ ਉਹਨੇ ਆਪ ਦਾ ਘਰ ਵੀ ਸਾਂਭਣਾ। ਇਹ ਚੰਨੀ ਸਾਹਿਬ ਨੇ ਪਤਾ ਨਹੀਂ ਕਿਹੜਾ JBL ਦਾ ਸਾਊਂਡ ਲਾਤਾ, ਬੋਸ ਦਾ ਸਾਊਂਡ ਲਾਤਾ। ਇਹਨਾਂ ਨੂੰ ਵੀ ਸਿਖਾ ਦੇ। ਚੰਨੀ ਸਾਹਿਬ ਜੇ ਇਸ ਤਰ੍ਹਾਂ ਹੀ ਸਾਊਂਡ ਲਾਉਂਦਾ ਰਿਹਾ ਨਾ, ਟਾਟਾ ਅੰਬਾਨੀ ਨੇ ਆਪਦੀ ਰਿਲਾਇੰਸ
ਕਾਰੋਬਾਰ ਬੰਦ ਕਰਕੇ ਸਾਊਂਡ ਲਾਉਣਾ ਸ਼ੁਰੂ ਕਰ ਦਿੱਤਾ। ਸਰ ਸਿੱਧੂ ਨੇ ਕੱਲ ਗਲਤੀ ਮੰਨੀ ਹੈ ਕਿ ਮੇਰਾ ਪਬਲਿਕ ਨਾਲ ਰਾਬਤਾ ਨਹੀਂ ਰਿਹਾ, ਕਹਿੰਦਾ ਮੇਰੀ ਗਲਤੀ ਇੱਕ ਨਵੀਂ ਗਲਤੀ ਹੋਰ ਮੰਨੀ ਹੈ ਕਿ ਰਾਬਤਾ ਇੱਕ ਨਵਾਂ ਮੋਬਾਈਲ ਨੰਬਰ ਲੋਕਾਂ ਨੂੰ ਜਿਹਨਾਂ ਰਾਬਤਾ ਰਹੇ। ਸਭ ਤੋਂ ਪਹਿਲਾਂ ਤਾਂ ਸਿੱਧੂ ਸਾਹਿਬ ਨੂੰ ਜੋ ਮਾੜੇ ਸ਼ਬਦ ਹੈ ਚੁਣੀ ਹੋਈ ਪੰਚਾਇਤ ਦੇ ਖਿਲਾਫ, ਸਰਪੰਚਨੀ ਸਾਹਿਬਾਂ ਦੇ ਖਿਲਾਫ ਜੋ ਵਰਤੇ ਉਹ ਵਾਪਸ ਲੈਣੇ ਚਾਹੀਦੇ। ਜੋ ਬ੍ਰਾਹਮਣ ਸਮਾਜ ਦੇ ਵਾਸਤੇ ਮਾੜੀ ਸ਼ਬਦਾਵਲੀ ਵਰਤੀ ਆ ਉਹਦੀ ਮਾਫੀ ਮੰਗਣ, ਔਰ ਇਹ ਹੈਬਿਚੁਅਲ ਅਫੈਂਡਰ ਬਣਦੇ ਜਾ ਰਹੇ। ਪਹਿਲਾਂ ਜਾਖੜ ਸਾਹਿਬ ਨੇ ਵੀ ਕਿਹਾ ਕਿ ਮੈਨੂੰ ਸਿਰਫ ਇਸ ਲਈ ਮੁੱਖ ਮੰਤਰੀ ਨਹੀਂ ਬਣ ਦਿੱਤਾ ਮੈਂ ਕਿਉਂਕਿ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦਾ। ਚੰਨੀ ਸਾਹਿਬ ਦੀ ਜਿੰਨੀ ਬੇਇੱਜ਼ਤੀ ਇਹਨੇ ਕੀਤੀ ਆ ਸ਼ਾਇਦ ਕਿਸੇ ਹੋਰ ਪ੍ਰਧਾਨ ਨੇ ਨਹੀਂ ਕਦੇ ਕੀਤੀ ਨਹੀਂ। ਇਸ ਲਈ ਇਹ ਕੱਲੀ ਉਹ ਨਹੀਂ। ਔਰ ਤੀਜੀ ਗੱਲ, ਹੁਣ ਭਰਾਵਾ ਭਾਵੇਂ ਮੋਬਾਈਲ ਛੱਡ, ਭਾਵੇਂ ਸਾਰੀ ਰਾਤ ਵੀ ਕੰਨ ਨਾਲ ਲਾ ਕੇ ਰੱਖੀ, ਤੇਰੀ ਘਰ ਦੀ ਨਹੀਂ ਤੈਨੂੰ ਫੋਨ ਕਰੂ। ਲੋਕਾਂ ਦੀ ਤਾਂ ਗੱਲ ਦੂਰ ਦੀ, ਤੈਨੂੰ ਕੀ ਫੋਨ ਕਰੂ। ਇੱਕ ਸਵਾਲ ਹੈ ਗਜਿੰਦਰ ਸ਼ੇਖਾਵਤ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ 'ਚ ਭੁਚਾਲ ਆਉਣ ਵਾਲਾ ਹੈ। ਉਹਨਾਂ ਨੇ ਇਸ਼ਾਰਾ ਕੀਤਾ ਹੈ ਹਨੀ ਵੱਲ ਨੂੰ ਕਿ ਹਨੀ ਨੇ ਕਈ ਅਜਿਹੇ ਉੱਚ ਅਫਸਰਾਂ ਦੇ ਨਾਂ ਲੈ ਲਏ ਨੇ ਕਿ ਅਸੀਂ ਬਦਲੀਆਂ ਕਰਾਈਆਂ, ਪੈਸੇ ਲੈ ਕੇ ਆਪਣੇ ਮਨ ਚਾਹੇ ਜਿੱਥੇ ਉਹਨਾਂ ਨੂੰ ਉਹ ਚਾਹੁੰਦੇ ਸੀ ਕਿ ਅਸੀਂ ਉੱਥੇ ਲਾਇਆ। ਤੁਹਾਨੂੰ ਲੱਗਦਾ ਵੀ ਕਈ ਮੰਤਰੀਆਂ ਦੇ ਵੀ ਨਾਲ ਸਾਹਮਣੇ ਆ ਸਕਦੇ ਨੇ? ਦੇਖੋ ਜਿਹੜਾ ਹਨੀ ਹੈ ਨਾ, ਤੁਸੀਂ ਅਸਲ 'ਚ ਰਹਿੰਦੇ ਹੋ ਸ੍ਰੀ ਅੰਮ੍ਰਿਤਸਰ ਸਾਹਿਬ, ਚੰਡੀਗੜ੍ਹ ਦੇ ਆਲੇ ਦੁਆਲੇ ਕੀ ਹੁੰਦਾ ਨਾ ਤੁਹਾਨੂੰ ਨਹੀਂ ਪਤਾ। ਚੰਨੀ ਦਾ ਵੱਡਾ ਟਾਊਟ ਹਨੀ ਹੈ ਔਰ ਕੱਲਾ ਮਾਈਨਿੰਗ ਮਾਫੀਆ ਤੋਂ ਪੈਸੇ ਨਹੀਂ ਲੈਂਦਾ ਸੀ। CLU ਕਰਾਉਣ ਦੇ, SSP ਲਵਾਉਣ ਤੱਕ ਦੇ, IG ਲਵਾਉਣ ਤੱਕ ਦੇ, ਅਫਸਰ ਲਵਾਉਣ ਤੱਕ ਦੇ ਪੈਸੇ, ਸ਼ਰਾਬ ਮਾਫੀਆ ਕੋਲੋਂ ਪੈਸੇ ਦੀ ਕਲੈਕਸ਼ਨ ਦੀ ਜ਼ਿੰਮੇਵਾਰੀ ਹਨੀ ਦੀ ਸੀ। ਇਸ ਲਈ ਇਹ ਆਮ ਚਰਚਾ ਦਾ ਵਿਸ਼ਾ ਸੀ। ਜਿੰਨੀ ਧਾਂਦਲੀ ਖਰੜ ਦੇ ਆਲੇ ਦੁਆਲੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਦੇ CLU ਦੇ ਮੁੱਦੇ ਸੇ, EDC ਦੇ ਮੁੱਦੇ ਤੇ, ਗਮਾਡਾ ਦੇ ਕਈ ਮੁੱਦਿਆਂ ਤੇ ਅਫਸਰਾਂ ਨੂੰ ਲਵਾ ਕੇ ਇਸ ਧਾਂਦਲੀ ਦਾ ਹਿੱਸੇਦਾਰ ਬਣਾਉਣ 'ਚ ਉਹਨਾਂ ਦੀ ਪੋਸਟਿੰਗ ਟ੍ਰਾਂਸਫਰ ਹਨੀ ਚੰਨੀ ਕੋਲੋਂ ਕਰਾਉਂਦਾ ਸੀ ਤੇ ਮੰਨੀ ਲੈਂਦਾ ਸੀ ਔਰ ਚੰਨੀ ਆਸਤੇ ਲੈਂਦਾ ਸੀ। ਜੀਠੀਆ ਸਾਹਿਬ ਝਾੜੂ ਦਾ ਜ਼ਿਕਰ ਹੀ ਨਹੀਂ ਕੀਤਾ। ਤੁਸੀਂ ਕਿਹਾ ਝਾੜੂ ਨੂੰ ਤੁਸੀਂ ਕੰਪੀਟੀਸ਼ਨ 'ਚ ਨਹੀਂ ਮੰਨਦੇ ਪਏ ਪੰਜਾਬ 'ਚ ਜਾਂ ਪੂਰਬੀ ਹਲਕੇ 'ਚ। ਝਾੜੂ ਪਿਛਲੇ 5 ਸਾਲ ਦਾ ਫੇਰਿਆ ਕਿੱਥੇ ਉਹਨਾਂ ਨੇ? ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਕਿ 60 ਤੋਂ 65 ਸੀਟਾਂ ਲੈ ਕੇ ਜਾਵਾਂਗੇ। ਤੁਸੀਂ ਉਹਦਾ ਜ਼ਿਕਰ ਚਲੋ ਉਹਨਾਂ ਦਾ ਧੰਨਵਾਦ ਹੈ। ਪਿਛਲੀ ਵਾਰੀ ਕਹਿੰਦੇ ਸੀ 100 ਆਊਗੀ ਤੇ 100 ਚੋਂ ਆਈ 20 ਚੋਂ 12 ਭੱਜ ਗਏ ਕਾਂਗਰਸ ਦੇ ਨਾਲ ਔਰ 5 ਸਾਲ ਕਦੇ ਲੋਕਾਂ ਲਈ ਮੂੰਹ ਨਹੀਂ ਖੋਲਿਆ। ਹੁਣ ਕਹਿ ਰਹੇ 50 ਆਉਣਗੀਆਂ। 50 ਦਾ ਮਤਲਬ ਜੇ 100 ਚੋਂ ਆਈਆਂ ਸੀ 20, 50 ਦੀਆਂ ਆਉਣਗੀਆਂ 10, 40% ਘਟ ਗਿਆ। ਇਸ ਲਈ ਮੈਂ ਕੀ ਮੂੰਹ ਖੋਲਣਾ, ਤੁਸੀਂ ਵੀ ਨਹੀਂ ਖੋਲਦੇ, ਤੁਸੀਂ ਵੀ ਤਰਸ ਕਰੋ। ਸਿੱਧੂ ਸਾਹਿਬ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੰਜਾਬ ਮਾਡਲ ਫੇਸਬੁੱਕ ਤੇ ਟਵਿੱਟਰ ਹੈਂਡਲ ਤੇ ਪਾ ਦਿੱਤਾ ਜੀ। ਆਹ ਵਿਖਾਓ ਨਾ, ਇਹ ਤੇ ਉਹਦਾ ਅੰਮ੍ਰਿਤਸਰ ਈਸਟ ਦਾ ਮਾਡਲ ਹੈ। ਦੇਖੋ ਚਲੋ ਪੰਜਾਬ ਦੇ ਤਾਂ ਉਹ ਬਹਾਨੇ ਲਾਉਂਦਾ ਸੀ ਕਿ ਮੇਰਾ ਫਲਾਣਾ ਨਹੀਂ ਸੁਣਦਾ, ਮੇਰੀ ਢਿੰਗੜਾ ਨਹੀਂ ਸੁਣਦਾ। ਤੇਰੀ ਭਾਈ ਬਣਦੀ ਨਹੀਂ ਕਿਸੇ ਨਾਲ, ਤੇਰੀ ਸੁਣੇਗਾ। ਇਹ ਤੁਹਾਡਾ ਆਪ ਦਾ ਹਲਕੇ ਤੇ ਤਾਂ ਸੁਣਦਾ ਸੀ ਨਾ, ਇੱਥੇ ਤਾਂ ਕੋਈ ਰੋਕ ਟੋਕ ਨਹੀਂ ਸੀ ਤੇਰੇ ਪੰਜਾਬ ਮਾਡਲ ਨੂੰ ਲਾਗੂ ਕਰਨ ਨੂੰ। ਇੱਥੇ ਕਿਉਂ ਨਹੀਂ ਲਾਗੂ ਹੋਇਆ? ਔਰ ਦੂਜੀ ਗੱਲ, ਉਹਦਾ ਮਾਡਲ ਐਡਾ ਝੂਠ ਦਾ ਹੈ, ਫਰੇਬ ਦਾ ਹੈ, ਧੋਖੇ ਦਾ ਹੈ ਕਿ ਰਾਹੁਲ ਗਾਂਧੀ ਨੂੰ ਨਹੀਂ ਪਸੰਦ ਆਇਆ ਤਦੇ ਉਹਨੂੰ ਚਿਹਰਾ ਨਹੀਂ ਬਣਾਇਆ। ਲੋਕਾਂ ਨੂੰ ਤਾਂ ਪਹਿਲਾਂ ਦਾ ਨਹੀਂ ਪਸੰਦ। ਇਕੱਲੇ ਲਾਂਚ ਕਰਤਾ ਜੀ ਹਾਂਜੀ, ਮੈਂ ਲਾਂਚ ਕਰਨ ਨੂੰ ਤਾਂ ਭਰਾ ਭਾਵੇਂ ਤੈਨੂੰ ਕਰ ਦੇਵੇ। ਇਹ ਗੱਲ ਅੱਜ ਬਣ ਗਈ ਹੈ। ਭਗਵੰਤ ਮਾਨ ਦਾ ਰੋਡ ਸ਼ੋਅ ਸੀਗਾ, ਅਟਾਰੀ 3 ਘੰਟੇ ਉਹਨਾਂ ਦੇ ਵਰਕਰ ਜਿਹੜੇ ਆ ਉਹਨਾਂ ਦੀ ਵੇਟ ਕਰਦੇ ਰਹੇ ਤੇ ਜਦੋਂ ਉਹ ਆਏ ਤੇ 1 ਮਿੰਟ ਵੀ ਨਹੀਂ ਰੁਕੇ ਤੇ ਅੱਗੇ ਆ ਕੇ ਰਾਜਾ ਸੰਸੀ ਦੇ ਕੋਲ ਆ ਕੇ ਉਹਨਾਂ ਦੇ ਇੱਕ ਪੱਥਰਨੁਮਾ ਚੀਜ਼ ਮਾਰੀ ਗਈ। ਕੀ ਕਹਿਣਾ ਤੁਹਾਡਾ ਇਸ ਤੇ? ਦੇਖੋ, ਮੈਨੂੰ ਕਿਸੇ ਤਰੀਕੇ ਦੇ ਵਾਇਲੈਂਸ ਨੂੰ ਮੈਂ ਸਪੋਰਟ ਨਹੀਂ ਕਰਦਾ। ਭਗਵੰਤ ਮਾਨ ਜੀ ਸੇਫ ਹੋਣ, ਸੁਰੱਖਿਅਤ ਹੋਣ, ਇਹ ਮੇਰੀ ਅਰਦਾਸ ਹੈ, ਇਹ ਮੇਰੀ ਕਾਮਨਾ। ਕਿਹਨੇ ਮਾਰਿਆ, ਕਿਉਂ ਮਾਰਿਆ, ਇਹਦੀ ਜਾਂਚ ਹੋਣੀ ਚਾਹੀਦੀ। ਮਗਰ ਅੰਮ੍ਰਿਤਸਰ ਉਹ ਕੱਲ ਵੀ ਆਏ ਸੀ, ਮਾਝੇ 'ਚ ਫਿਰ ਰਹੇ। ਮਾਝੇ 'ਚ ਉਹਨਾਂ ਨੂੰ ਲੋਕਾਂ ਦਾ ਰਿਸਪੌਂਸ ਨਹੀਂ ਮਿਲ ਰਿਹਾ ਕਿਉਂਕਿ ਆਪ ਨੇ ਕਿਸਾਨੀ ਦਾ ਜਿੱਡਾ ਵੱਡਾ ਵਿਰੋਧ ਕੀਤਾ, ਪੰਜਾਬ ਦਾ ਵਿਰੋਧ ਕੀਤਾ ਲੋਕਾਂ ਦੇ ਸਾਹਮਣੇ।
ਇਹਨਾਂ ਨੇ ਕਿਹਾ ਸੀ ਅਸੀਂ ਇਨਕਮ ਦੁੱਗਣੀ ਕਰਾਂਗੇ। ਦਿੱਲੀ 'ਚ ਤਾਂ ਕਿਸਾਨ ਹੀ 20,000 ਹੈ, ਉਹਨਾਂ ਦੀ ਇਨਕਮ ਦੁੱਗਣੀ ਕੀ ਕਰਨੀ ਸੀ? ਉਹਨੂੰ ਫਸਲ ਦੇ ਪੂਰੇ ਭਾਅ ਨਹੀਂ ਮਿਲੇ, ਬਿੱਲ ਲੱਗਦੇ ਉੱਥੇ ਮੋਟਰਾਂ ਦੇ। ਦਿੱਲੀ 'ਚ ਪ੍ਰਦੂਸ਼ਣ ਦਾ ਕਾਰਨ ਇਹ ਕਹਿੰਦੇ ਪੰਜਾਬ ਦੇ ਕਿਸਾਨ ਨੇ, ਪੰਜਾਬ ਦਾ ਪਾਣੀ ਖੋਣ ਨੂੰ ਫਿਰਦੇ ਆ। ਜਿੰਨੇ ਕਿਸਾਨ ਜੇਲ੍ਹਾਂ 'ਚ ਬੰਦ ਰਹੇ, ਜੇਲ੍ਹਾਂ ਦਾ ਸਾਰਾ ਤਿਹਾਰ ਜੇਲ੍ਹ ਦਾ ਪ੍ਰਬੰਧ ਹੈ ਕੇਜਰੀਵਾਲ ਸਾਹਿਬ, ਜੈਨ ਸਾਹਿਬ ਉਹਨਾਂ ਦੇ ਮੰਤਰੀ ਕੋਲ। ਤੇ ਜੋ ਤੇ ਦੁਰਦਸ਼ਾ ਸਾਡੇ ਕਿਸਾਨਾਂ ਦੀ ਕੀਤੀ ਆ, ਐਂਟੀ ਪੰਜਾਬ ਮਾਈਂਡਸੈਟ ਤਾਂ ਹਰ ਵੇਲੇ ਵੇਖਣ ਨੂੰ ਮਿਲੀ। ਥੈਂਕ ਯੂ। ਸਰ ਬੀਜੇਪੀ ਦੇ ਕੈਂਡੀਡੇਟ ਜਿਹੜੇ ਡਾਕਟਰ ਜਗਮੋਹਨ ਨੇ, ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਲਿਖਿਆ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਏਰੀਆ ਦੇ ਵਿੱਚ, ਇਸ ਹਲਕੇ ਦੇ ਵਿੱਚ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ। ਉਸ ਤੋਂ ਬਾਅਦ ਅੱਜ ਹਰਦੀਪ ਪੁਰੀ ਵੀ ਇਹੀ ਕਹਿ ਰਹੇ ਨੇ ਕਿ ਏਰੀਆ ਦੇ ਵਿੱਚ ਗੁੰਡਾਗਰਦੀ ਚੱਲ ਰਹੀ ਹਲਕੇ ਦੇ ਵਿੱਚ, ਕਿ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ। ਸਰ ਬੀਜੇਪੀ ਦੇਖੋ, ਇਹ ਤਾਂ ਮੈਨੂੰ ਨਹੀਂ ਪਤਾ, ਇਹਦਾ ਜਵਾਬ ਚੰਨੀ ਸਾਹਿਬ ਦੇ ਸਕਦੇ ਆ, ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ। ਪ੍ਰਚਾਰ ਤਾਂ ਦੇਖੋ ਲੋਕਤੰਤਰ ਹੈ। ਅਫਸੋਸ ਦੀ ਗੱਲ ਹੈ ਕਿ ਲਾਅ ਐਂਡ ਆਰਡਰ ਦੇ ਹਿਸਾਬ ਬਣੇ ਪਏ। ਦੇਖੋ, ਇਹ ਗੱਲ ਇਹਨਾਂ ਨੇ ਕੀਤੀ ਹੈ, ਬਿੱਟੂ ਜੀ ਨੇ। ਸਿੱਧੂ ਨਸ਼ੇ ਦੀ ਗੱਲ ਕਰਦਾ, 5 ਸਾਲ ਤਾਂ ਭਾਈ ਤੂੰ ਡੀਜੀਪੀ ਲਾਇਆ, ਤੂੰ ਇੰਸਪੈਕਟਰ ਲਵਾਉਂਦਾ ਰਿਹਾ, ਤੂੰ ਡੀਸੀਪੀ ਲਾਉਂਦਾ ਰਿਹਾ, ਤੂੰ ਪੁਲਿਸ ਕਮਿਸ਼ਨਰ ਲਾਉਂਦਾ ਰਿਹਾ। ਨਾ ਤੁਹਾਡੇ ਤੋਂ ਲਾਅ ਐਂਡ ਆਰਡਰ ਕੰਟਰੋਲ ਹੋਇਆ, ਨਾ ਨਸ਼ੇ ਕੰਟਰੋਲ ਹੋਏ। ਸਾਰੇ ਪੁੱਠੇ ਕੰਮ ਕਰਨ ਵਾਲਿਆਂ ਨੂੰ ਤਾਂ ਤੂੰ ਸਰਪ੍ਰਸਤੀ ਦਿੰਦਾ ਰਿਹਾ। ਨਾਲੇ ਸਭ ਤੋਂ ਵੱਡਾ ਮਾਫੀਆ, ਸ਼ਰਾਬ ਮਾਫੀਆ, ਰੇਤ ਮਾਫੀਆ, ਲੈਂਡ ਮਾਫੀਆ, ਉਹ ਤਾਂ ਟਿਕਟਾਂ ਪ੍ਰਧਾਨ ਪ੍ਰਦੇਸ਼ ਕਾਂਗਰਸ ਨੇ ਦਿੱਤੀ। ਸਰ ਇੱਕ ਰਵਨੀਤ ਬਿੱਟੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰਨ ਕਰ ਰਹੇ ਨੇ ਕਿ ਤੁਸੀਂ ਦੁਬਾਰਾ ਜਿਹੜੇ ਫੇਰੀ 'ਚ ਆ ਰਹੇ ਹੋ ਤਾਂ ਬਾਏ ਰੋਡ ਦਾ ਕੋਈ ਸ਼ੋਅ ਨਾ ਕਰੋ ਕਿਉਂਕਿ ਤੁਹਾਡਾ ਵਿਰੋਧ ਹੋਊਗਾ। ਇਸ ਤਰ੍ਹਾਂ ਜੀ ਬਿੱਟੂ ਸਾਹਿਬ ਨੇ ਇਹ ਗੱਲ ਕਹੀ ਕਿ ਲਾਅ ਐਂਡ ਆਰਡਰ ਦਾ ਉਹਦਾ ਮਤਲਬ ਕੀ ਹੈ ਕਿ ਲਾਅ ਐਂਡ ਆਰਡਰ ਦੇ ਹਾਲਾਤ ਸਹੀ ਨਹੀਂ। ਉਹਨਾਂ ਦਾ ਸ਼ੁਕਰੀਆ ਕਿ ਉਹ ਮੰਨਦੇ ਆ ਕਿ ਚੰਨੀ ਨੇ ਲਾਅ ਐਂਡ ਆਰਡਰ ਦਾ ਤੇ ਸੁੱਖੀ ਰੰਧਾਵੇ ਨੇ ਕੀ ਬੇੜਾ ਗਰਕ ਕਰਤਾ। ਇਹ ਲੋਕ ਵੀ ਕਹਿੰਦੇ ਆ ਕੋਈ ਸੁਰੱਖਿਅਤ ਨਹੀਂ। ਔਰ ਪ੍ਰਧਾਨ ਮੰਤਰੀ ਨੂੰ ਕਹਿੰਦੇ ਤੂੰ ਪਾਈ ਐਰਾ। ਆਪਣਾ ਬਿੱਟੂ ਜੀ 3 ਕਰੋੜ ਆਬਾਦੀ ਨੂੰ ਸਾਰਿਆਂ ਨੂੰ ਜਹਾਜ਼ ਲੈ ਦਿਓ ਕਿ ਕਿਸੇ ਨੂੰ ਸੜਕ ਤੇ ਚੱਲਣ ਦੀ ਲੋੜ ਹੀ ਨਾ ਪਵੇ। ਸੁਰੱਖਿਅਤ ਤਾਂ ਰਹਿਣਗੇ ਹਵਾਈ 'ਚ, ਨਹੀਂ ਤਾਂ ਇਹਨਾਂ ਨੂੰ ਟਿਕਟਾਂ ਲੈ ਦਿਓ ਜਾਂ ਜਹਾਜ਼ ਲੈ ਦਿਓ ਕਿ ਤੁਹਾਡੇ ਤਾਂ ਪ੍ਰਬੰਧਾਂ ਲਈ ਸੇਫਟੀ ਐਂਡ ਸਿਕਿਉਰਿਟੀ ਦੇ ਪ੍ਰਬੰਧਾਂ 'ਚ ਤੁਸੀਂ ਫੇਲ ਹੋ ਗਏ। ਹੁਣ ਦਾਸ ਨੂੰ ਦਿਓ ਇਜਾਜ਼ਤ ਤੇ ਬਾਕੀ ਤੁਹਾਨੂੰ ਅਗਲੀ ਪੀੜ੍ਹੀ